ਮੈਂ ਪਿੱਛੇ ਕਹਿ ਰਿਹਾ ਸੀ ਕਿ ਅਗਰ ਤੀਖਣ ਬੁੱਧੀ ਹੋਵੇਗੀ ਤਾਂ ਪ੍ਰਸ਼ਨ ਹੋਰ ਖੜੇ ਹੋ ਜਾਣਗੇ, ਹੋਰ ਪ੍ਰਸ਼ਨ ਪੈਦਾ ਹੋ ਜਾਂਦੇ ਹਨ ਅਤੇ ਹੋ ਹੀ ਗਏ ਨਾ। ਦੇਖੋ ਤੁਸੀਂ ਕਹਿ ਰਹੇ ਹਨ ਕਿ ਤੁਸੀਂ ਕਿਹਾ ਹੈ ਵੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਸੋਚ ਵਿਚਾਰ ਕੇ ਪਰਮਾਤਮਾ ਦਾ ਗਿਆਨ ਨਹੀਂ ਹੁੰਦਾ ਹੈ। ਪਰ ਅੱਗੇ ਵੀ ਲਿਖਿਆ ਹੋਇਆ ਹੈ ਬਾਬੇ ਨਾਨਕ ਨੇ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਾਹ ਲਿਵਤਾਰ। ਨਹੀਂ, ਮੈਂ ਚੁੱਪ ਹੋਣ ਵਾਸਤੇ ਵੀ ਨਹੀਂ ਕਹਿ ਰਿਹਾ ਵੀ ਤੁਸੀਂ ਬੋਲੋ ਨਾ, ਚੁੱਪ ਧਾਰਨ ਕਰ ਲਓ, ਕਿਉਂਕਿ ਚੁੱਪ ਰਹਿਣ ਵਾਲਿਆਂ ਨੂੰ ਵੀ ਮੈਂ ਮਿਲਿਆ ਹਾਂ। ਚੁੱਪ ਦਾਸ, ਚੁੱਪ ਮੁਨੀ ਜਿਹੜੇ ਹਨ, ਉਹਨਾਂ ਦਾ ਮਨ ਜ਼ਿਆਦਾ ਚੱਲਦਾ ਹੈ। ਉਹਨਾਂ ਨੂੰ ਲਿਖ ਲਿਖ ਕੇ ਦੱਸਣਾ ਪੈਂਦਾ ਹੈ। ਉਹਨਾਂ ਦੀ ਵਿਚਾਰਧਾਰਾ ਜ਼ਿਆਦਾ ਚੱਲਦੀ ਹੈ, ਜਾਂ ਇਸ਼ਾਰਿਆਂ ਨਾਲ ਗੱਲਾਂ ਕਰਨਗੇ। ਅਤੇ ਵਿਚਾਰਧਾਰਾ ਤੋਂ ਮੁਕਤ ਹੋਣਾ ਹੈ ਨਾ, ਅਤੇ ਚੁੱਪ ਹੋ ਕੇ ਮੁਕਤ ਥੋੜ੍ਹੀ ਹੋ ਸਕਦਾ ਹੈ। ਨਾ ਹੀ ਸਮਝ ਸਮਝ ਕੇ ਵਿਚਾਰ ਵਿਚਾਰ ਕੇ ਅਤੇ ਜੋ ਉਹਨੂੰ ਸਿਆਣਪ ਮਿਲਦੀ ਹੈ, ਉਸ ਸਿਆਣਪ ਦੁਆਰਾ ਵੀ ਨਹੀਂ ਮੁਕਤ ਹੋ ਸਕਦਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਹਨ ਵੀ 1000 ਸਿਆਣਪ ਇਕੱਠੀ ਹੋ ਜਾਵੇ, ਭਾਵ ਕਿ ਜਿਹੜੇ ਚੋਟੀ ਦੇ ਸਿਆਣੇ ਬੰਦੇ ਹਨ, ਸਮਝਦਾਰ ਪੰਡਿਤ ਵਿਦਵਾਨ, ਉਹ 1000 ਇਕੱਠੇ ਹੋ ਜਾਣ, ਉਹਨਾਂ ਸਾਰਿਆਂ ਦੀ ਸਿਆਣਪ ਤੁਹਾਡੇ ਕੋਲ ਆ ਜਾਵੇ, ਤਾਂ ਵੀ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਹੋ। ਕਿਉਂਕਿ ਉਹ ਸਿਆਣਪ ਤੋਂ ਪਾਰ ਹੈ, ਬੁੱਧੀ ਤੋਂ ਪਾਰ ਹੈ। ਸਿਆਣਪ ਤੇ ਬੁੱਧੀ ਦੁਆਰਾ ਹੀ ਹੋਣੀ ਹੈ। ਸਮਝ ਸਰੀਰ ਦਾ ਹਿੱਸਾ ਹੈ। ਸਮਝ ਸੰਸਾਰ ਵਾਸਤੇ ਕੰਮ ਆਉਂਦੀ ਹੈ, ਸੰਸਾਰ ਵਿੱਚੋਂ ਛੁੱਟਣ ਵਾਸਤੇ ਵੀ ਸਮਝ ਕੰਮ ਆਉਂਦੀ ਹੈ। ਅਤੇ ਇਸ ਸਮਝ ਨੂੰ ਜੋ ਮਿਲ ਰਹੀ ਹੈ ਤੁਹਾਨੂੰ, ਇਹਨੂੰ ਛੁੱਟਣ ਵਾਸਤੇ ਲਾਓ, ਵਿਚਾਰਨ ਵਾਸਤੇ ਨਾ ਲਾਓ। ਇਹ ਗੱਲ ਖਿਆਲ ਵਿੱਚ ਰੱਖੋ। ਅਗਰ ਤੁਹਾਨੂੰ ਵਾਸਤਵਿਕ ਦੇ ਵਿੱਚ ਅਧਿਆਤਮ ਦਾ ਮਾਰਗ ਸਮਝ ਵਿੱਚ ਆਇਆ ਹੈ ਨਾ, ਤਾਂ ਉਸ ਮਾਰਗ 'ਤੇ ਚੱਲੋ। ਬਾਹਰੋਂ ਅੰਦਰ ਨੂੰ ਚੱਲਣਾ ਹੈ। ਬਾਹਰ ਨੂੰ ਸੰਸਾਰ ਵੱਲ ਜਾਣਾ ਹੈ, ਵਿਚਾਰਧਾਰਾ ਕਰਕੇ ਜਾਓ, ਸੋਚ ਕੇ ਜਾਓ, ਸਮਝ ਕੇ ਜਾਓ, ਦੇਖ ਕੇ ਜਾਓ, ਸੁਣ ਕੇ ਜਾਓ ਸੰਸਾਰ ਵੱਲ। ਬਾਹਰੋਂ ਅੰਦਰ ਨੂੰ ਆਉਣਾ ਹੈ ਅਤੇ ਸਭ ਕੁਛ ਛੱਡਣਾ ਹੈ, ਤਾਂ ਹੀ ਆਓਗੇ ਨਾ। ਅੰਦਰ ਤਾਂ ਬਿਲਕੁਲ ਸੁੰਨ ਹੈ, ਉੱਥੇ ਕੋਈ ਸ਼ਬਦ ਦੀ ਗਤੀ ਵੀ ਨਹੀਂ ਹੈ, ਸ਼ਬਦ ਵੀ ਬਾਹਰ ਬਾਹਰ। ਅਤੇ ਬਾਹਰੋਂ ਅੰਦਰ ਨੂੰ, ਤਾਂ ਪਹਿਲਾਂ ਬਾਹਰ ਜੋ ਵਿਚਾਰਧਾਰਾ ਚੱਲ ਰਹੀ ਹੈ ਇਹਨੂੰ ਛੱਡੋ। ਪਰ ਇਹ ਵੀ ਛੱਡਣੀ ਔਖੀ ਹੈ, ਇਹ ਵੀ ਨਹੀਂ ਛੁੱਟ ਰਹੀ ਹੈ ਬਹੁਤਿਆਂ। ਆਹ ਦੇਖੋ, ਪਿੱਛੇ ਜਿਹੜਾ ਮਿੱਤਰ ਪਿਆਰਾ ਕਹਿ ਰਿਹਾ ਸੀ कि मेरे माँ बाप ने मुझे घर से निकाल दिया, मेरी पत्नी भी नहीं पूछती है, बच्चे भी कहना नहीं मानते, सब मुझे दुत्कारते। तो मैं उन्होंने कहा सी भी वधिया है, भला तेरा मोह टुट रहा है, तोड़ रहे हैं, उन्होंने दा धन्नवाद कर ते हट जा। तो थोड़ा जिहा वो हटिया पिछे, तो हुण उहदी रिकॉर्डिंग आई है भी मेरी डिप्रैशन की दवाई फिर डॉक्टर ने शुरू कर दी है। वो क्यों? क्योंकि ये फिर सोचने लग पिया है भी गुरु पीरों ने कहा है गृहस्थ में रह के साधना करनी, नाम जप, सभी का भला करना, जे करना वो करना। वो मन फिर सोचने लग पिया गृहस्थ वास्ते। मोह नहीं ना टुट रहा है, पर अकेले में रहेंगे फिर कुछ ज़रूरत पड़ेगी हमको,
ਉਹ ਵੀ ਸੋਚਦਾ ਹੈ ਵੀ ਕਿਵੇਂ ਜ਼ਰੂਰਤਾਂ ਪੂਰੀਆਂ ਹੋਣਗੀਆਂ, ਕਿਵੇਂ ਕੋਈ ਦੇਖਭਾਲ ਕਰੇਗਾ। ਮਨ ਅੱਗੇ ਦੀ ਸੋਚਦਾ ਹੈ ਨਾ, ਕੌਣ ਸਾਂਭੇਗਾ, ਕੀ ਬਣੂਗਾ। ਤੇ ਚੱਲ ਪਿਆ ਮਨ, ਤੇ ਫਿਰ ਟੈਨਸ਼ਨ ਪੈਦਾ ਹੋਊਗੀ, ਫਿਰ ਡਿਪਰੈਸ਼ਨ ਪੈਦਾ ਹੋਊਗੀ। ਫਿਰ ਦੂਸਰੀ ਗੱਲ ਹੈ, ਅਗਰ ਪਰਿਵਾਰ ਦੇ ਮੈਂਬਰ ਥੋੜ੍ਹਾ ਥੋੜ੍ਹਾ ਹਾਲ ਚਾਲ ਪੁੱਛਦੇ ਰਹਿਣ, ਮਿਲਦੇ ਗਿਲਦੇ ਰਹਿਣ, ਫਿਰ ਵੀ ਆਦਮੀ ਖੁਸ਼ ਰਹਿੰਦਾ ਹੈ ਵੀ ਚਲੋ ਕਮ ਸੇ ਕਮ ਮਿਲਦੇ ਗਿਲਦੇ ਤਾਂ ਹੈਗੇ ਹਨ, ਹਾਲ ਚਾਲ ਤਾਂ ਪੁੱਛਦੇ ਹਨ। ਪਰ ਅਗਰ ਹਾਲ ਚਾਲ ਵੀ ਨਾ ਪੁੱਛਣ, ਟੈਲੀਫੋਨ ਹੀ ਨਾ ਸੁਣਨ, ਗੱਲ ਹੀ ਨਾ ਕਰਨ, ਤਾਂ ਬਹੁਤ ਔਖਾ ਹੋ ਜਾਂਦਾ। ਫਿਰ ਮੂੰਹ ਫੇਰ ਲੈਣ, ਵਿਰੋਧੀ ਹੋ ਜਾਣ, ਤੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਆਦਮੀ ਬੇਚੈਨ ਹੋ ਉੱਠਦਾ ਹੈ ਵੀ ਜਿਨ੍ਹਾਂ ਵਾਸਤੇ ਮੈਂ ਇੰਨਾ ਕੁਝ ਕੀਤਾ, ਰਾਤ ਦਿਨ ਕਮਾਈ ਕੀਤੀ, ਖੱਪ ਖੱਪ ਕੇ ਮਰ ਗਿਆ, ਇੰਨਾ ਕੁਛ ਕੀਤਾ, ਇੰਨਾ ਸੋਚਿਆ, ਉਹ ਮੇਰੇ ਤੋਂ ਮੁੱਖ ਹੀ ਮੋੜ ਗਏ, ਤੇ ਬਹੁਤ ਪਰੇਸ਼ਾਨ ਹੁੰਦਾ। ਤੇ ਇਹੋ ਹੀ ਹੈ ਮੋਹ। ਮੋਹ ਨੂੰ ਤੁਸੀਂ ਉਦੋਂ ਹੀ ਜਾਣੋਗੇ ਜਦੋਂ ਮੋਹ ਪਿੱਠ ਮੋੜ ਦੇਵੇਗਾ, ਪਹਿਲਾਂ ਥੋੜ੍ਹੀ। ਤੇ ਆਪਣੇ ਜਦੋਂ ਪਿੱਠ ਮੋੜ ਦਿੰਦੇ ਹਨ ਨਾ, ਉਦੋਂ ਬਹੁਤ ਦੁੱਖ ਹੁੰਦਾ ਹੈ। ਕਹਿਣ ਨੂੰ ਭਾਵੇਂ ਕੋਈ ਵੀ ਕੁਛ ਕਹੀ ਜਾਵੇ, ਪਰ ਜਿਹੜਾ ਜਾਣਦਾ ਹੈ ਉਹਨੂੰ ਪਤਾ ਹੈ ਪੀੜਾ ਬਹੁਤ ਹੁੰਦੀ ਹੈ। ਜਿਵੇਂ ਲਗਾਵ ਦੇ ਵਿੱਚ ਤੁਸੀਂ ਸੁੱਖ ਮਾਣਿਆ ਹੈ, ਤੇ ਲਗਾਵ ਟੁੱਟੇਗਾ ਤੇ ਦੁੱਖ ਵੀ ਹੋਵੇਗਾ ਨਾ। ਕਹਿੰਦੇ ਹਨ ਨਾ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਸੰਜੋਗ ਮਿਲਣਾ ਅਤੇ ਵਿਜੋਗ ਟੁੱਟਣਾ, ਇਹ ਦੋਵੇਂ ਕੰਮ ਕਰ ਰਹੇ ਹਨ। ਤੁਸੀਂ ਕਿਸੇ ਦੇ ਨਾਲ ਜੁੜ ਰਹੇ ਹੋ, ਕਿਸੇ ਦੇ ਨਾਲ ਟੁੱਟ ਰਹੇ ਹੋ। ਪਰ ਜਿਨ੍ਹਾਂ ਦੇ ਨਾਲ ਤੁਸੀਂ ਜ਼ਿਆਦਾ ਜੁੜੇ ਹੋ, ਉਹਨਾਂ ਦੇ ਨਾਲੋਂ ਟੁੱਟੋਗੇ, ਅਤੇ ਫਿਰ ਉਹ ਟੁੱਟਣ ਦਾ ਜਿਹੜਾ ਦੁੱਖ ਹੈ, ਤਕਲੀਫ ਹੈ, ਉਹ ਤਾਂ ਹੋਵੇਗੀ ਨਾ। ਅਤੇ ਜਦੋਂ ਟੁੱਟਦਾ ਹੈ ਮੋਹ, ਉਦੋਂ ਪਤਾ ਲੱਗਦਾ ਹੈ ਮੋਹ ਤੋੜਨਾ ਬੜਾ ਕਠਿਨ ਹੈ। ਫਿਰ ਆਪਣਿਆਂ ਨਾਲੋਂ ਬਾਹਰੋਂ ਮੋਹ ਤੋੜਨਾ ਕਠਿਨ ਹੈ। ਅਤੇ ਫਿਰ ਜੋ ਆਪਣਾ ਤੁਹਾਡੇ ਬਹੁਤ ਨੇੜੇ ਹੈ, ਉਹ ਹੈ ਸਰੀਰ, ਜਿਹਨੂੰ ਤੁਸੀਂ ਆਪਣਾ ਆਪ ਹੀ ਸਮਝਦੇ ਹੋ। ਉਹਦੇ ਨਾਲ ਕਿਵੇਂ ਮੋੜ ਤੋੜੋਗੇ? ਬਾਹਰੋਂ ਹੀ ਨਹੀਂ ਟੁੱਟ ਰਿਹਾ। ਬਾਹਰਲਿਆਂ ਨੂੰ ਆਪਣੇ ਸਮਝ ਲਿਆ, ਜਿਹੜੇ ਆਪਣੇ ਹੈ ਨਹੀਂ ਉਹਨਾਂ ਨੂੰ ਆਪਣੇ ਸਮਝ ਲਿਆ, ਉਹਨਾਂ ਨਾਲ ਉਹਨੂੰ ਟੁੱਟ ਰਿਹਾ ਹੈ। ਫਿਰ ਸਰੀਰ ਨੂੰ ਆਪਣਾ ਸਮਝ ਲਿਆ। ਸਰੀਰ ਵੀ ਤੁਹਾਡਾ ਥੋੜ੍ਹੀ ਹੈ, ਤੁਹਾਡਾ ਹੋਵੇ ਸਦਾ ਨਾ ਰਵੇ। ਚੰਦ ਦਿਨ ਵਾਸਤੇ ਮਿਲਿਆ ਹੈ, ਸੰਸਾਰ ਦੀ ਯਾਤਰਾ ਕਰਨ ਵਾਸਤੇ। ਜਿਵੇਂ ਕੋਈ ਮੋਟਰ ਗੱਡੀ ਦੇ ਦਿੰਦਾ ਹੈ ਗਿਫਟ, ਪਰਮਾਤਮਾ ਨੇ ਗਿਫਟ ਦਿੱਤਾ ਵੀ ਚਲੋ ਯਾਤਰਾ ਕਰ ਆਓ, ਤੁਸੀਂ ਇਹਦੇ ਨਾਲ ਹੀ ਮੋਹ ਪਾ ਲਏ, ਇਹਨੂੰ ਹੀ ਆਪਣਾ ਆਪ ਸਮਝ ਰਹੇ ਹੋ। ਅਤੇ ਇਹਦੇ ਦੁਆਰਾ ਜਿਹੜੀ ਸਮਝ ਪੈਦਾ ਹੁੰਦੀ ਹੈ, ਉਹ ਸਮਝ ਨੂੰ ਹੀ ਆਪਣੀ ਸਮਝ ਰਹੇ ਹੋ ਵੀ ਮੈਂ ਬੜਾ ਸਮਝਦਾਰ ਹਾਂ। ਦੇਖੋ ਬਾਕੀ ਤਾਂ ਸਮਝ ਚੁੰਝ ਗਿਆ ਨਹੀਂ, ਬਾਹਰ ਦਾ ਗਿਆਨ, ਮੈਨੂੰ ਤਾਂ ਅੰਦਰ ਦਾ ਬੋਧ ਹੋ ਗਿਆ। ਦੇਖੋ ਇਹ ਮੈਨੂੰ ਹੋ ਗਿਆ ਬੋਧ। ਬੋਧ ਥੋੜ੍ਹੀ ਹੁੰਦਾ ਹੈ ਪਰਮਾਤਮਾ ਦਾ। ਜਦੋਂ ਬੋਧ ਹੁੰਦਾ ਉਦੋਂ ਮੈਂ ਥੋੜ੍ਹੀ ਹੁੰਦੀ ਹੈ। ਕੋਈ ਕਹਿੰਦਾ ਥੋੜ੍ਹੀ ਹੈ ਮੈਂ ਗਿਆਨ ਨੂੰ ਉਪਲਬਧ ਹੋ ਗਿਆ ਜਾਂ ਮੈਨੂੰ ਬੋਧ ਹੋ ਗਿਆ। ਉੱਥੇ ਤਾਂ ਪਤਾ ਲੱਗਦਾ ਮੈਂ ਹੈ ਹੀ ਨਹੀਂ। ਬੋਧ ਕਿਹਨੂੰ ਹੋਣਾ ਹੈ? ਪਰ ਕਹਿਣ ਮਾਤਰ ਵਾਸਤੇ, ਬਾਹਰਲਿਆਂ ਨੂੰ ਦੱਸਣ ਵਾਸਤੇ ਕਿਹਾ ਜਾਂਦਾ ਹੈ। ਪਰ ਜਿਹੜਾ ਜਾਣਦਾ ਹੈ ਉਹ ਤਾਂ ਜਾਣਦਾ ਹੈ ਅੰਦਰ ਉਲਟੀ ਯਾਤਰਾ ਹੈ। ਜਿਵੇਂ ਕੋਈ ਫਿਰ ਛੋਟੇ ਬੱਚੇ ਵਰਗਾ ਹੋ ਗਿਆ, ਜਦੋਂ ਨਿਰਦੋਸ਼ ਬੱਚਾ ਪੈਦਾ ਹੋ ਗਿਆ ਹੈ ਨਾ, ਵੈਸਾ ਹੋ ਗਿਆ। ਹੁਣ ਉਹਨੂੰ ਕਿਹੜਾ ਬੋਧ ਹੋ ਗਿਆ? ਇਸੇ ਕਾਰਨ ਤਾਂ ਉਹਦੇ ਵਿੱਚ ਹੰਕਾਰ ਨਹੀਂ ਰਹਿੰਦਾ ਹੈ, ਵਿਸ਼ਿਸ਼ਟਤਾ ਦਾ ਬੋਧ ਨਹੀਂ ਰਹਿੰਦਾ ਹੈ ਉਹਦੇ ਕੋਲ। ਉਹ ਆਪਣੇ ਆਪ ਨੂੰ ਵਿਸ਼ਿਸ਼ਟ ਨਹੀਂ ਸਮਝਦਾ ਹੈ ਵੀ ਮੈਂ ਦੂਸਰਿਆਂ ਨਾਲੋਂ ਵਿਸ਼ਿਸ਼ਟ ਹਾਂ, ਸ੍ਰੇਸ਼ਟ ਹਾਂ, ਉੱਤਮ ਹਾਂ, ਗਿਆਨਵਾਨ ਹਾਂ। ਬਾਕੀ ਤਾਂ ਸਭ ਐਵੇਂ ਧੱਕੇ ਖਾ ਰਹੇ ਹਨ ਅਗਿਆਨੀ ਅੰਧਕਾਰ ਦੇ ਵਿੱਚ। ਬਹੁਤੇ ਇਉਂ ਸੋਚਣ ਲੱਗ ਜਾਂਦੇ ਧਾਰਮਿਕ ਲੋਕ, ਆ ਸਭ ਭਟਕ ਰਹੇ ਹਨ, ਲੰਡੀ ਲੁੱਚੀ
मैं तो देखो महान हो गया, ਗਿਆਨ ਹੋ ਗਿਆ ਮੈਨੂੰ, ਬਾਕੀ ਤੇ ਅੰਧਕਾਰ ਦੇ ਵਿੱਚ ਪੁੱਟ ਹੈ। ਜਿਹੜਾ ਐਸਾ ਸੋਚ ਰਿਹਾ ਹੈ ਨਾ, ਉਹਨੂੰ ਕੁਝ ਵੀ ਪਤਾ ਨਹੀਂ ਹੈ। ਜਿਹਨੂੰ ਪਤਾ ਹੈ ਨਾ, ਉਹ ਜਾਣਦਾ ਹੈ ਵੀ ਸਭ ਇੱਕ ਸਮਾਨ ਹਨ। ਸਿਰਫ ਸੋਚ ਵਿਚਾਰ ਕਰਕੇ ਭਿੰਨ ਭਿੰਨ ਹਨ, ਭਿੰਨ ਭਿੰਨ ਵਿਚਾਰਧਾਰਾ ਦੇ ਨਾਲ ਜੁੜੇ ਹੋਏ, ਭਿੰਨ ਭਿੰਨ ਖਿਆਲਾਤ ਹਨ, ਭਿੰਨ ਭਿੰਨ ਸਮਾਜ ਦੇ ਵਿੱਚ ਰਹੇ ਹੋਏ, ਭਿੰਨ ਭਿੰਨ ਸੋਚ ਬਣ ਗਈ, ਪਰ ਅੰਦਰੋਂ ਅਭਿੰਨ ਹੈ, ਕੋਈ ਊਚ ਨੀਚ ਨਹੀਂ ਹੈ। ਜਿਵੇਂ ਆ ਪਸ਼ੂ ਦੇਖਦੇ ਹੋ ਭਿੰਨ ਭਿੰਨ ਹਨ, ਇਹਨਾਂ 'ਚ ਕੋਈ ਉੱਚਾ ਨੀਵਾਂ ਥੋੜ੍ਹੀ ਕਹੋਗੇ ਤੁਸੀਂ। ਇਵੇਂ ਪੰਛੀ ਹਨ, ਇਵੇਂ ਹੀ ਮਨੁੱਖ ਹਨ। ਵੈਸੇ ਹੀ 5 ਤੱਤਾਂ ਦਾ ਸਰੀਰ ਬਣਿਆ ਹੋਇਆ, ਪਰ ਭਾਸ਼ਾ ਲਹਿਦਾ ਲਹਿਦਾ, ਜਿਵੇਂ ਪੰਛੀਆਂ ਦੀ ਲਹਿਦਾ ਲਹਿਦਾ ਬੋਲੀ, ਇੱਦਾਂ ਮਨੁੱਖਾਂ ਦੀ ਸੋਚ ਵਿਚਾਰ। ਪਰ ਸੋਚ ਵਿਚਾਰ ਜਿਹੜੀ ਹੈ ਨਾ, ਉਹ ਬਾਹਰ ਜੋੜਦੀ ਹੈ। ਸੰਸਾਰੀ ਤੇ ਜੁੜਦੇ ਹੀ ਹਨ ਸੋਚ ਵਿਚਾਰ ਕੇ, ਆਪਣੇ ਪਰਿਵਾਰ ਨੂੰ, ਆਪਣੇ ਘਰ ਨੂੰ, ਆਪਣੀ ਪ੍ਰੋਪਰਟੀ ਨੂੰ ਸੋਚ ਰਹੇ ਹਨ, ਕਾਰੋਬਾਰਾਂ ਨੂੰ ਸੋਚ ਰਹੇ ਹਨ। ਜ਼ਿਮੀਂਦਾਰ ਸੋਚਦੇ ਹਨ ਕਿਵੇਂ ਫਸਲ ਵੱਢਣੀ ਹੈ, ਅਗਲੀ ਕਿਵੇਂ ਬੀਜਣੀ ਹੈ, ਉਹ ਵੀ ਸੋਚ ਵਿਚਾਰ 'ਚ ਪਏ ਹੋਏ, ਸਾਰੇ ਸੋਚ ਰਹੇ ਹਨ ਆਪਣੀ ਆਪਣੀ ਉਪਜੀਵਕਾ ਵਾਸਤੇ, ਕੁਛ ਸੋਚ ਰਹੇ ਹਨ। ਧਾਰਮਿਕ ਲੋਕ ਸੋਚ ਰਹੇ ਹਨ ਵੀ ਮੇਰਾ ਕੀ ਬਣੂ ਅੱਗੇ, ਵੀ ਸਵਰਗ ਨੂੰ ਜਾਊਂਗਾ ਕਿ ਨਹੀਂ ਜਾਊਂਗਾ, ਕਿਹੜੇ ਕਿਹੜੇ ਕਰਮ ਕਰਾਂ, ਕਿਹੜੀ ਤਪੱਸਿਆ ਕਰਾਂ, ਕਿਹੜੇ ਜਪ ਤਪ ਕਰਾਂ, ਉਹ ਵਿਚਾਰ ਕਰ ਰਹੇ ਹਨ। ਕਈ ਗਿਆਨ ਹਾਸਲ ਕਹਿੰਦੇ ਹਨ ਕਰ ਲਓ, ਗਿਆਨ ਹੋ ਜਾਵੇਗਾ ਤੁਸੀਂ ਮੁਕਤ ਹੋ ਜਾਓਗੇ। ਇਹ ਬਾਹਰਲੇ ਗਿਆਨ ਨੂੰ ਹੀ ਗਿਆਨ ਸਮਝ ਰਹੇ ਹਨ, ਵੀ ਜਿਹੜਾ ਸਮਝ ਵਿੱਚ ਆ ਗਿਆ ਵੀ ਆਹ ਦੇਖੋ ਨਿਰਾਕਾਰ ਪਰਮਾਤਮਾ, ਕਈ ਸਮਝਾਉਂਦੇ ਨਹੀਂ ਹਨ। ਹਾਂ, ਨਿਰਾਕਾਰ ਪਰਮਾਤਮਾ ਹੈ, ਸਾਰੇ ਤੁਹਾਡੇ ਅੰਦਰ ਵੀ ਪਰਮਾਤਮਾ ਹੈ, ਬਾਹਰ ਵੀ ਪਰਮਾਤਮਾ ਹੈ। ਤੁਸੀਂ ਸਮਝ ਲਓ, ਬਸ ਗੱਲ ਬਣ ਗਈ। ਐਡੀ ਛੇਤੀ ਨਹੀਂ ਬਣਦੀ ਹੈ। ਸਮਝ ਕੇ ਜੇ ਬਣਦੀ ਹੁੰਦੀ ਤਾਂ ਉਹ ਬੇਸਮਝ ਸਨ, ਜਿਹੜੇ ਇੰਨੇ ਇੰਨੇ ਸਾਲ ਧਿਆਨ ਦੇ ਵਿੱਚ ਬੈਠਦੇ ਰਹੇ, ਸਤਿਪੁਰਖਾਂ ਦੀ ਸੇਵਾ ਕਰਦੇ ਰਹੇ। ਸੇਵਾ ਕਰਨ ਦੀ ਕੀ ਲੋੜ ਹੈ? ਅਗਰ ਸਮਝ ਦੁਬਾਰਾ ਹੀ ਸਮਝ ਵਿੱਚ ਆ ਜਾਂਦਾ, ਫਿਰ ਤਾਂ ਟੀਚਰ ਹੁੰਦੇ ਨਾ, ਵਿਦਿਆ ਗੁਰੂ ਹੁੰਦੇ, ਅਤੇ ਵਿਦਿਆ ਗੁਰੂ ਗਿਆਨ ਦੇ ਦਿੰਦਾ, ਅਤੇ ਗਿਆਨ ਮਿਲ ਗਿਆ ਅਤੇ ਮੁਕਤ ਹੋ ਜਾਂਦੇ। ਪਰ ਗਿਆਨ ਬਾਹਰੋਂ ਨਹੀਂ ਨਾ ਦਿੱਤਾ ਜਾ ਸਕਦਾ। ਅਗਰ ਬਾਹਰੋਂ ਹੀ ਦਿੱਤਾ ਜਾਂਦਾ ਹੁੰਦਾ ਤਾਂ ਲੋੜ ਹੀ ਨਹੀਂ ਸੀ ਇੰਨਾ ਸਮਾਂ ਘਾਲਣ ਦੀ। ਦਰਅਸਲ ਬਾਹਰੋਂ ਗਿਆਨ ਨਹੀਂ ਦਿੱਤਾ ਜਾਂਦਾ ਹੈ, ਗਿਆਨ ਖੋਇਆ ਜਾਂਦਾ ਹੈ। ਸਤਿਪੁਰਖ ਖੋਂਦੇ ਹਨ, ਮਿਟਾਉਂਦੇ ਹਨ। ਜਿਵੇਂ ਪਰਮਾਤਮਾ ਨੂੰ ਹਰੀ ਕਹਿੰਦੇ ਹਨ, ਹਰ ਲੈਂਦਾ, ਇੱਦਾਂ ਹੀ ਗੁਰੂ ਮਿਟਾਉਂਦਾ ਹੈ। ਉਹ ਸਭ ਕੁਛ ਖੋਹ ਲੈਂਦਾ ਹੈ ਬਾਹਰੋਂ। ਜਦੋਂ ਸਭ ਕੁਛ ਖੋਹ ਲੈਂਦਾ ਹੈ, ਬੰਧਨ ਟੁੱਟ ਜਾਂਦੇ ਹਨ। ਜਦੋਂ ਰਿਹਾ ਹੀ ਨਹੀਂ ਤੁਹਾਡੇ ਕੋਲ ਕੁਝ, ਤੁਹਾਡੇ ਕੋਲ ਕੁਝ ਹੈ ਤੇ ਬੰਧਨ ਹੈ ਨਾ। ਤੁਹਾਡੇ ਆਪਣੇ ਹਨ, ਪਰਿਵਾਰ ਹੈ, ਸਮਾਜ ਹੈ, ਜੋ ਕੁਛ ਵੀ ਹੈ ਤੁਹਾਡਾ, ਉਹਦੇ ਨਾਲ ਸੰਬੰਧ ਜੁੜੇ ਹਨ। ਅਤੇ ਉਹ ਜਦੋਂ ਸਭ ਕੁਝ ਹੀ ਖੋਹ ਲਿਆ ਤਾਂ ਸਤਿਗੁਰ ਮੇਰਾ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ, ਆਪੇ ਹਟ ਗਿਆ ਨਾ। ਫਿਰ ਉਹ ਬੁੱਧੀ ਦੁਆਰਾ, ਵਿਚਾਰ ਦੁਆਰਾ ਸੰਬੰਧ ਜੁੜ ਜਾਂਦਾ ਹੈ। ਉਹ ਵੀ ਬੰਧਨ ਹੈ, ਇਸ ਬੰਧਨ ਤੋਂ ਵੀ ਉਹ ਮੁਕਤ ਕਰਦਾ ਹੈ। ਪਰ ਬੰਧਨ ਤੋਂ ਕੋਈ ਮੁਕਤ ਹੋਣਾ ਚਾਹੇਗਾ ਤਾਂ ਹੀ ਹੋਵੇਗਾ ਨਾ। ਅਤੇ ਮੈਂ ਕਹਿੰਦਾ ਹਾਂ ਇਹ ਬੰਧਨ ਹੈ। ਤੁਸੀਂ ਆਪਣੀ ਵਿਚਾਰਧਾਰਾ ਦੇ ਨਾਲ ਜੁੜੇ ਹੋ। ਸੋਚੋ ਨਾ ਕੀ ਸੋਚਣਾ ਹੈ, ਸੋਚ ਕੇ ਕੀ ਮਿਲੂਗਾ। ਸੰਸਾਰ ਪ੍ਰਤੀ ਸੋਚੋ ਜਾਂ ਧਰਮ ਪ੍ਰਤੀ ਸੋਚੋ,
ਸੋਚ ਤੇ ਸੋਚ ਹੀ ਵਿਚਾਰ ਹੀ ਹੈ ਨਾ, ਸੰਸਾਰ ਦੀ ਚੱਲਦੀ ਹੈ ਕਿ ਧਾਰਮਿਕ ਚੱਲਦੀ ਹੈ। ਤੇ ਤੁਸੀਂ ਵਿਚਾਰਧਾਰਾ 'ਚ ਹੀ ਉਲਝੇ ਰਹੋਗੇ। ਤੇ ਵਿਚਾਰਧਾਰਾ ਨੂੰ ਛੱਡੋ, ਹੁਣ ਸੋਚੋ ਨਾ, ਧਿਆਨ ਹਟਾਵੋ। ਜਿਵੇਂ ਬਾਬਾ ਬਹਾਦਰ ਸਿੰਘ ਜੀ ਕਹਿੰਦੇ ਹਨ ਨਾ, ਬਾਹਰ ਜਾਂਦਾ ਠਾਕਰ ਆਏ। ਉਹ ਕਹਿੰਦੇ ਅਸੀਂ ਕੁਛ ਵੀ ਨਹੀਂ ਕਰਦੇ, ਕਿਸੇ ਸ਼ਬਦ ਦਾ ਜਾਪ, ਕਿਸੇ ਮੰਤਰ ਦਾ ਜਾਪ, ਕੁਛ ਵੀ ਨਹੀਂ ਕਰ ਰਹੇ, ਸਿਰਫ ਬਾਹਰੋਂ ਹਟਾ ਰਹੇ। ਦੇਖੋ ਤੁਹਾਨੂੰ ਪ੍ਰਮਾਣ ਮਿਲ ਗਿਆ ਨਾ ਮੇਰਾ। ਬਹੁਤੇ ਸੋਚਦੇ ਹਨ ਵੀ ਇੱਦਾਂ ਕਿਵੇਂ ਹੋ ਰਿਹਾ ਹੈ ਨਾ, ਉਹ ਪ੍ਰਮਾਣ ਹਨ। ਬਾਹਰੋਂ ਧਿਆਨ ਹਟਾ ਰਹੇ ਆ ਤੇ ਹਟਾਓ। ਅਗਰ ਨਹੀਂ ਹਟ ਰਿਹਾ ਹੈ ਤੇ ਇੱਧਰ ਸੇਵਾ ਦਾ ਮੌਕਾ ਦਿਓ, ਫਿਰ ਤੁਹਾਡੀ ਸਹਾਇਤਾ ਕੀਤੀ ਜਾਵੇਗੀ। ਬਾਹਰੋਂ ਧਿਆਨ ਹਟਾਉਣ ਵਾਸਤੇ ਸਹਾਇਤਾ ਕੀਤੀ ਜਾਂਦੀ। ਜਿਹੜੇ ਕਾਰਨਾਂ ਕਰਕੇ ਜੁੜਿਆ ਹੈ, ਉਹ ਕਾਰਨਾਂ ਵੱਲੋਂ ਪਹਿਲਾਂ ਹਟਾਇਆ ਜਾਂਦਾ ਹੈ। ਤੇ ਸਤਿਪੁਰਖ ਸਦੀਆਂ ਤੋਂ ਸਹਾਇਤਾ ਹੀ ਕਰਦੇ ਹਨ ਸਾਧਕ ਦੀ ਬਾਹਰੋਂ ਧਿਆਨ ਹਟਾਉਣ ਵਾਸਤੇ। ਤੇ ਜਿਹਨੂੰ ਮਿਲਣਾ ਹੈ ਉਹ ਤਾਂ ਤੁਹਾਡੇ ਅੰਦਰ ਹੀ ਹੈ। ਉਹ ਸਿਰਫ ਬਾਹਰ ਦੇ ਬੰਧਨ ਤੋੜਦੇ ਹਨ। ਬੰਧਨ ਕਾਟ ਮੁਕਤ ਗੁਰ ਕੀਨਾ। ਤੇ ਬੰਧਨ ਆਪ ਕੱਟੋ, ਨਹੀਂ ਕੱਟ ਹੁੰਦੇ। ਤੇ ਸਮਰਪਿਤ ਹੋ ਜਾਓ, ਫਿਰ ਆਪਣੇ ਆਪ ਹੀ ਕੱਟ ਹੋ ਜਾਂਦੇ ਹਨ, ਕੱਟਣੇ ਵੀ ਨਹੀਂ ਪੈਂਦੇ ਹਨ। ਜਿੰਨੇ ਤੁਸੀਂ ਸਮਰਪਿਤ ਹੁੰਦੇ ਰਹੇ ਸੱਤ ਨੂੰ, ਓਨੇ ਹੀ ਝੂਠ ਦੇ ਬੰਧਨ ਕੱਟ ਹੋਈ ਜਾਂਦੇ ਹਨ, ਆਪਣੇ ਆਪ ਹੀ ਸਹਿਜ। ਤੇ ਸੱਤ ਨੂੰ ਸਮਰਪਿਤ ਹੋਵੋ ਤੇ ਵਿਚਾਰਧਾਰਾ ਤੋਂ ਹਟੋ। ਸੋਚੋ ਨਾ, ਸਮਰਪਿਤ ਹੋਣ ਵਾਲਾ ਸੋਚਦਾ ਨਹੀਂ ਹੈ, ਵਿਚਾਰਦਾ ਨਹੀਂ, ਸਿਰਫ ਡਿੱਗ ਪੈਂਦਾ ਹੈ, ਟਹਿ ਪਿਆ ਤੇ ਪਹੁੰਚ ਗਿਆ।